ਕਿਸੇ ਨੇ ਬੜੀ ਕਮਾਲ ਦੀ ਗੱਲ ਕਹੀ ਹੈ ਕਿ ਸਾਡੇ ਆਲੇ ਦੁਆਲੇ ਕੁਝ ਅਜਿਹੇ ਲੋਕ ਹੁੰਦੇ ਨੇ ਜੋ ਆਪਣੀ ਪਰੇਸ਼ਾਨੀ ਤੋਂ ਜ਼ਿਆਦਾ ਦੂਸਰਿਆਂ ਦੀ ਖੁਸ਼ੀ ਤੋਂ ਪਰੇਸ਼ਾਨ ਹੁੰਦੇ ਨੇ। ਇੱਕ ਪਿਆਰੀ ਜੀ ਕਹਾਣੀ ਤੁਹਾਡੇ ਲਈ। ਇੱਕ ਰਾਜਾ ਸੀ ਜੋ ਰੋਜ਼ 100 ਲੋਕਾਂ ਨੂੰ ਖੀਰ ਖਵਾਉਂਦਾ ਹੁੰਦਾ ਸੀ। ਜੋ ਗਰੀਬ ਲੋਕ ਸੀ, ਜ਼ਰੂਰਤਮੰਦ ਸੀ, ਉਹਨਾਂ ਦੀ ਮਦਦ ਕਰਦਾ ਸੀ। ਉਹ ਰੋਜ਼ ਉਹਨਾਂ ਨੂੰ ਭੋਜਨ ਕਰਾਉਂਦਾ ਸੀ। ਇੱਕ ਦਿਨ ਕੀ ਹੁੰਦਾ ਹੈ ਕਿ ਜੋ ਉਹ ਰਾਜੇ ਦੀ ਖੀਰ ਸੀ ਉਸ ਵਿੱਚ ਇੱਕ ਗੜਬੜ ਹੋ ਗਈ। ਹੋਇਆ ਇਹ ਕਿ ਜੋ ਹਲਵਾਈ ਸੀ ਉਹ ਖੀਰ ਵਾਲੇ ਭਾਂਡੇ ਨੂੰ ਢੱਕਣਾ ਭੁੱਲ ਗਿਆ ਤੇ ਉੱਥੇ ਰਸੋਈ ਵਿੱਚ ਇੱਕ ਸੱਪ ਆ ਗਿਆ ਤੇ ਸੱਪ ਨੇ ਉਸ ਖੀਰ ਵਿੱਚ ਜ਼ਹਿਰ ਘੋਲ ਦਿੱਤੀ। ਉਹ ਖੀਰ ਜ਼ਹਿਰੀਲੀ ਹੋ ਗਈ ਤੇ ਜਿਨ੍ਹਾਂ 100 ਲੋਕਾਂ ਨੂੰ ਰੋਜ਼ ਦੀ ਤਰ੍ਹਾਂ ਉਹ ਖੀਰ ਖਵਾਈ ਗਈ ਉਹਨਾਂ ਦੀ ਮੌਤ ਹੋ ਗਈ। ਇੰਨਾ ਵੱਡਾ ਪਾਪ ਰਾਜੇ ਨੇ ਕਰ ਦਿੱਤਾ ਕਿ ਉਸ ਤੋਂ ਅੰਦਰ ਹੀ ਅੰਦਰ ਰਿਹਾ ਨਹੀਂ ਜਾ ਰਿਹਾ ਸੀ। ਇੱਕ ਸਦਮੇ ਵਿੱਚ ਚਲਿਆ ਗਿਆ। ਉਹ ਸਮਝ ਨਹੀਂ ਪਾ ਰਿਹਾ ਸੀ ਕਿ ਕੀ ਕਰਾਂ। ਆਖਰ ਰਾਜੇ ਨੇ ਫੈਸਲਾ ਲਿਆ ਕਿ ਉਹ ਆਪਣਾ ਰਾਜ ਭਾਗ ਛੱਡ ਦੇਵੇਗਾ, ਕਿਸੇ ਹੋਰ ਨੂੰ ਉੱਤਰਾਧਿਕਾਰੀ ਬਣਾਵੇਗਾ ਤੇ ਸਭ ਕੁਝ ਛੱਡ ਕੇ ਜੰਗਲ ਵਿੱਚ ਜਾ ਕੇ ਭਗਵਾਨ ਨੂੰ ਕਹੇਗਾ ਕਿ ਮੈਨੂੰ ਮਾਫ਼ ਕਰ ਦਿਓ, ਮੈਂ ਆਪਣੀ ਭੁੱਲ ਬਖਸ਼ਾਉਣਾ ਚਾਹੁੰਦਾ। ਸੋ ਇਸੇ ਵਿਚਾਰ ਨੂੰ ਲੈ ਕੇ ਰਾਜਾ ਸਭ ਕੁਝ ਛੱਡ ਕੇ ਉੱਥੋਂ ਚਲਿਆ ਗਿਆ। ਜਦੋਂ ਉਹ ਜੰਗਲ ਵੱਲ ਨੂੰ ਰਵਾਨਾ ਹੋਇਆ ਤਾਂ ਸ਼ਾਮ ਹੋਣ ਨੂੰ ਆਈ। ਰਾਹ ਵਿੱਚ ਇੱਕ ਪਿੰਡ ਆਇਆ। ਉਸਨੇ ਕਿਹਾ ਕਿ ਅੱਜ ਇੱਥੇ ਹੀ ਆਰਾਮ ਕਰ ਲੈਣਾ। ਉਸਨੇ ਪਤਾ ਕੀਤਾ ਕਿ ਇੱਥੇ ਕੋਈ ਅਜਿਹਾ ਘਰ ਹੈ ਜਿੱਥੇ ਪ੍ਰਭੂ ਦੀ ਭਗਤੀ ਕਰਨ ਵਾਲੇ ਲੋਕ ਰਹਿੰਦੇ ਹੋਣ ਜੋ ਮੈਨੂੰ ਪਨਾਹ ਦੇ ਸਕਣ। ਤੇ ਸਾਥ ਵਿੱਚ ਬੈਠੇ ਪਿੰਡ ਦੇ ਕੁਝ ਲੋਕਾਂ ਨੇ ਕਿਹਾ, ਹਾਂਜੀ, ਇੱਕ ਘਰ ਹੈਗਾ ਜਿੱਥੇ ਭੈਣ ਭਰਾ ਦੋਨੋਂ ਰਹਿੰਦੇ ਨੇ, ਉਹ ਦੋਨੋਂ ਭਗਤੀ ਕਰਦੇ ਨੇ, ਉੱਥੇ ਰੁਕ ਜਾਓ। ਰਾਜਾ ਉੱਥੇ ਗਿਆ ਤੇ ਕਿਹਾ ਕਿ ਮੈਨੂੰ ਮਦਦ ਚਾਹੀਦੀ ਹੈ, ਮੈਂ ਅੱਜ ਸ਼ਾਮ ਰੁਕਣਾ ਚਾਹੁੰਦਾ ਤੇ ਕੱਲ੍ਹ ਸਵੇਰੇ ਮੈਂ ਨਿਕਲ ਜਾਵਾਂਗਾ। ਤਾਂ ਉਸ ਭੈਣ ਭਰਾ ਨੇ ਕਿਹਾ ਕਿ ਕੋਈ ਗੱਲ ਨਹੀਂ ਜੀ, ਆਓ। ਸਵਾਗਤ ਕੀਤਾ। ਜੋ ਭੈਣ ਸੀ ਉਹ ਰੋਜ਼ ਸਵੇਰੇ ਜਲਦੀ ਉੱਠ ਕੇ ਪੂਜਾ ਪਾਠ, ਮਾਲਕ ਦਾ ਧਿਆਨ ਕਰਦੀ ਸੀ, ਸਾਧਨਾ ਕਰਦੀ ਸੀ। ਉਸ ਤੋਂ ਬਾਅਦ ਉਹ ਭੋਜਨ ਤਿਆਰ ਕਰਦੀ ਸੀ ਤੇ ਦਿਨ ਦਾ ਰੂਟੀਨ ਫੋਲੋ ਕਰਦੀ ਸੀ। ਤਾਂ ਅਗਲੀ ਸਵੇਰ ਉਹ ਜਾਗੀ, ਪੂਜਾ ਪਾਠ ਕਰਨ ਲੱਗੀ, ਧਿਆਨ 'ਚ ਬੈਠੀ, ਪਰ ਉਸ ਦੇ ਬਾਅਦ ਉਹ ਉੱਠੀ ਨਹੀਂ। ਬਹੁਤ ਸਮਾਂ ਹੋ ਗਿਆ ਤੇ ਜਦੋਂ ਤੱਕ ਉਹ ਧਿਆਨ 'ਚੋਂ ਉੱਠੀ ਤਾਂ ਬਹੁਤ ਦੇਰ ਹੋ ਚੁੱਕੀ ਸੀ। ਜੋ ਭਰਾ ਸੀ ਉਹ ਚਿੜਨ ਲੱਗਿਆ, ਗੁੱਸਾ ਕਰਨ ਲੱਗਿਆ ਕਿ ਤੂੰ ਇਹ ਕੀ ਕਰ ਦਿੱਤਾ, ਸਾਡੇ ਘਰ ਮੁਸਾਫਰ ਰੁਕਿਆ, ਉਸ ਨੂੰ ਭੋਜਨ ਕਰਾਉਣਾ, ਉਸ ਨੂੰ ਭੇਜਣਾ ਹੈ ਤੇ ਤੂੰ ਇੰਨੇ ਸਮੇਂ ਬਾਅਦ ਉੱਠੀ ਹੈ। ਤਾਂ ਭੈਣ ਆਪਣੇ ਭਰਾ ਨੂੰ ਦੱਸਣ ਲੱਗੀ ਕਿ ਕੀ ਦੱਸਾਂ, ਅੱਜ ਧਿਆਨ ਵਿੱਚ ਉੱਪਰ ਵਾਲੇ ਦੀ ਸਭਾ ਲੱਗੀ ਹੋਈ ਸੀ ਤੇ ਪਰਮਾਤਮਾ ਫੈਸਲਾ ਨਹੀਂ ਲੈ ਪਾ ਰਹੇ ਸੀ ਕਿ ਕੀ ਕਰਨਾ ਹੈ। ਇੱਕ ਮਸਲਾ ਹੀ ਅਜਿਹਾ ਆ ਗਿਆ ਸੀ। ਤਾਂ ਭਰਾ ਨੇ ਪੁੱਛਿਆ ਕਿ ਕੀ ਹੋ ਗਿਆ। ਤਾਂ ਭੈਣ ਨੇ ਕਿਹਾ ਕਿ ਇੱਕ ਰਾਜਾ ਹੈ ਜਿਸ ਨੇ 100 ਲੋਕਾਂ ਨੂੰ ਜ਼ਹਿਰੀਲੀ ਖੀਰ ਖਵਾ ਦਿੱਤੀ ਤੇ ਉਹ ਸਭ ਉਸ ਤੋਂ ਗਲਤੀ ਨਾਲ ਹੋਇਆ, ਭੁੱਲ ਹੋਈ ਹੈ ਤੇ ਹੁਣ ਪਰਮਾਤਮਾ ਫੈਸਲਾ ਨਹੀਂ ਕਰ ਪਾ ਰਹੇ ਕਿ ਇਹ ਜੋ ਪਾਪ ਹੈ ਇਹ ਕਿਸ ਨੂੰ ਲੱਗੇਗਾ। ਰਾਜੇ ਨੂੰ ਲੱਗੇਗਾ, ਉਹ ਸੱਪ ਨੂੰ ਲੱਗੇਗਾ ਜਿਸ ਨੇ ਜ਼ਹਿਰ ਘੋਲ ਦਿੱਤੀ ਖੀਰ ਵਿੱਚ, ਜਾਂ ਫਿਰ ਉਸ ਹਲਵਾਈ ਨੂੰ ਲੱਗੇਗਾ ਜਿਸ ਨੇ ਖੀਰ ਵਾਲਾ ਭਾਂਡਾ ਨਹੀਂ ਢਕਿਆ। ਸੋ ਇਹ ਫੈਸਲਾ ਚੱਲ ਰਿਹਾ ਸੀ। ਬਹੁਤ ਲੰਬੀ ਬਹਿਸ ਚੱਲ ਰਹੀ ਸੀ। ਸਭਾ ਲੱਗੀ ਹੋਈ ਸੀ ਪਰਮਾਤਮਾ ਦੀ। ਤੇ ਰਾਜੇ ਨੇ ਜਿਵੇਂ ਹੀ ਸੁਣਿਆ ਉਸ ਨੂੰ ਸਮਝ ਵਿੱਚ ਆਇਆ ਕਿ ਇਹ ਤਾਂ ਮੇਰੇ ਵਿਸ਼ੇ 'ਤੇ ਹੀ ਗੱਲ ਹੋ ਰਹੀ ਹੈ। ਤਾਂ ਉਸਨੇ ਪੁੱਛਿਆ ਉਸ ਭੈਣ ਤੋਂ ਕਿ ਫਿਰ ਕੀ ਹੋਇਆ, ਕੀ ਫੈਸਲਾ ਹੋਇਆ। ਤਾਂ ਉਹ ਲੜਕੀ ਨੇ ਕਿਹਾ ਕਿ ਹਾਲੇ ਫੈਸਲਾ ਹੋਇਆ ਨਹੀਂ ਹੈ, ਕੱਲ੍ਹ ਦੀ ਉਡੀਕ ਕਰਨੀ ਪਵੇਗੀ। ਤਾਂ ਰਾਜੇ ਨੇ ਸੋਚਿਆ ਕਿ ਮੈਨੂੰ ਤਾਂ ਅੱਜ ਫਿਰ ਰਹਿਣਾ ਹੀ ਪਵੇਗਾ। ਇਹ ਫੈਸਲੇ ਨੂੰ ਜਾਣਨਾ ਵੀ ਤਾਂ ਹੈ ਕਿ ਕਿਸ ਨੂੰ ਪਾਪ ਲੱਗੇਗਾ। ਰਾਜੇ ਨੇ ਕਿਹਾ ਕਿ ਮੈਂ ਇੱਕ ਦਿਨ ਹੋਰ ਰੁਕ ਸਕਦਾ, ਮੈਂ ਕੱਲ੍ਹ ਚਲਿਆ ਜਾਵਾਂਗਾ। ਰਾਜਾ ਉਸੇ ਘਰ ਵਿੱਚ ਰੁਕ ਗਿਆ ਤੇ ਪਿੰਡ ਦੀ ਸੱਥ ਵਿੱਚ ਸਾਰਾ ਦਿਨ ਇਹ ਚਰਚਾ ਹੁੰਦੀ ਰਹੀ ਕਿ ਉਹ ਜਿਹੜਾ ਬੰਦਾ ਆਇਆ ਸੀ ਕੱਲ੍ਹ ਸ਼ਾਮ, ਇੱਕ ਮੁਸਾਫਰ ਜਿਹੜਾ ਕਹਿੰਦਾ ਸੀ ਕਿ ਮੈਂ ਤਾਂ ਭਗਤੀ ਵਾਲੇ ਘਰ 'ਚ ਰੁਕਣਾ ਹੈ, ਨਿਰਾ ਪਖੰਡ ਕਰ ਰਿਹਾ ਸੀ। ਜਿੱਥੇ ਉਸਨੇ ਵੇਖਿਆ ਕਿ ਇੱਕ ਜਵਾਨ ਕੁੜੀ ਭਰਾ ਦੇ ਨਾਲ ਰਹਿੰਦੀ ਹੈ, ਉਹਦੀ ਤਾਂ ਨਜ਼ਰ ਖਰਾਬ ਹੋ ਗਈ। ਦੇਖੋ, ਅੱਜ ਵੀ ਉੱਥੇ ਹੀ ਰੁਕਿਆ ਹੋਇਆ ਹੈ। ਸਾਰਾ ਦਿਨ ਉਸ ਰਾਜੇ ਦੀ ਬੁਰਾਈ ਚੱਲਦੀ ਰਹੀ। ਸੋ ਅਗਲੀ ਸਵੇਰ ਉਹ ਕੁੜੀ ਫਿਰ ਧਿਆਨ ਲਗਾ ਕੇ ਬੈਠੀ। ਸਾਧਨਾ ਖਤਮ ਹੋਈ। ਰਾਜੇ ਨੇ ਫਟਾਫਟ ਪੁੱਛਿਆ ਕਿ ਕੀ ਫੈਸਲਾ ਹੋਇਆ।
ਲੜਕੀ ਨੇ ਕਿਹਾ ਕਿ ਅੱਛਾ ਉਹ ਪਰਮਾਤਮਾ ਦੀ ਸਭਾ ਵਿੱਚ ਫੈਸਲਾ ਹੋਇਆ ਕਿ ਉਹ ਜਿਹੜਾ ਪਾਪ ਹੈ ਉਹ ਤਾਂ ਮੇਰੇ ਪਿੰਡ ਦੀ ਜੋ ਸੱਥ ਵਿੱਚ ਲੋਕ ਬੈਠੇ ਨੇ ਉਹ ਵੰਡ ਕੇ ਲੈ ਗਏ। ਛੋਟੀ ਜਿਹੀ ਕਹਾਣੀ ਹੈ, ਪਰ ਸਿਖਾਉਂਦੀ ਇਹ ਹੈ ਕਿ ਜਿਹੜੇ ਨਿੰਦਿਆ ਕਰਦੇ ਨੇ, ਬੁਰਾਈ ਕਰਦੇ ਨੇ, ਸਾਰਾ ਦਿਨ ਚੁਗਲੀਆਂ 'ਤੇ ਲੱਗੇ ਰਹਿੰਦੇ ਨੇ, ਇਸ ਦੀ ਬੁਰਾਈ ਉਸ ਦੀ ਬੁਰਾਈ, ਉਹ ਦੂਸਰਿਆਂ ਦਾ ਪਾਪ ਵੀ ਆਪਣੇ ਮੱਥੇ ਮੜ ਕੇ ਘੁੰਮ ਰਹੇ ਹੁੰਦੇ ਨੇ। ਇਸ ਲਈ ਹਮੇਸ਼ਾ ਕਿਸੇ ਦੀ ਵੀ, ਚਾਹੇ ਕੋਈ ਵੀ ਹੋਵੇ, ਬੁਰਾਈ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਦੂਜਿਆਂ ਦੀ ਬੁਰਾਈ ਸੁਣਨਾ ਤੇ ਹਰ ਕਿਸੇ ਵਿੱਚ ਬੁਰਾਈ ਹੀ ਦੇਖਣਾ ਖੁਦ ਨੂੰ ਬੁਰਾ ਬਣਾਉਣ ਦੀ ਸ਼ੁਰੂਆਤ ਹੁੰਦੀ ਹੈ।